ਡੀਅਰ ਸਟੂਡੈਂਟਸ, ਸ਼ੀਤ ਯੁੱਧ ਦੇ ਵਿੱਚ ਜਿਹੜੀ ਨਰਮਾਈ ਆਉਣੀ ਸ਼ੁਰੂ ਹੋਈ ਸੀ 1970 ਤੋਂ ਬਾਅਦ ਤੇ ਲੱਗਦਾ ਸੀ ਕਿ ਸ਼ੀਤ ਯੁੱਧ ਬਿਲਕੁਲ ਹੀ ਸਦਾ ਲਈ ਖਤਮ ਹੋ ਜਾਵੇਗਾ। ਉਹ ਸ਼ਾਂਤੀ ਬਹੁਤਾ ਸਮਾਂ ਕਾਇਮ ਨਹੀਂ ਰਹਿ ਸਕੀ। 1979 ਤੱਕ ਤਕਰੀਬਨ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਜਿਨ੍ਹਾਂ ਨੇ ਸ਼ੀਤ ਯੁੱਧ ਨੂੰ ਮੱਠਾ ਕੀਤਾ। ਸ਼ੀਤ ਯੁੱਧ ਬਾਰੇ ਕਿਹਾ ਜਾਣ ਲੱਗਿਆ ਕਿ ਸ਼ੀਤ ਯੁੱਧ ਖਤਮ ਹੋ ਗਿਆ, ਪਰੰਤੂ 1979 ਤੋਂ ਬਾਅਦ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਵਾਪਰੀਆਂ ਜਿਨ੍ਹਾਂ ਕਰਕੇ ਸ਼ੀਤ ਯੁੱਧ ਉਹਨਾਂ ਹੀ ਮਹਾਸ਼ਕਤੀਆਂ ਵਿਚਕਾਰ ਸੋਵੀਅਤ ਸੰਘ ਅਤੇ USA ਦੇ ਵਿਚਕਾਰ ਫਿਰ ਤੋਂ ਸੁਰਜੀਤ ਹੋ ਗਿਆ। ਇਸ ਨਵੇਂ ਸ਼ੀਤ ਯੁੱਧ ਨੂੰ ਨਵ ਸ਼ੀਤ ਯੁੱਧ ਜਾਂ ਨਿਊ ਕੋਲਡ ਵਾਰ ਕਿਹਾ ਜਾਂਦਾ ਹੈ। ਇਸ ਕੁਐਸਚਨ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਨਵ ਸ਼ੀਤ ਯੁੱਧ ਦੀਆਂ ਮੁੱਖ ਘਟਨਾਵਾਂ ਕੀ ਸੀ, ਕਿਹੜੇ ਕਾਰਨਾਂ ਕਰਕੇ ਸ਼ੀਤ ਯੁੱਧ ਫਿਰ ਤੋਂ ਸੁਰਜੀਤ ਹੋਇਆ, ਪੁਨਰ ਸੁਰਜੀਤ ਹੋਇਆ। ਜਿਹੜਾ ਨਵ ਸ਼ੀਤ ਯੁੱਧ ਹੈ ਇਸ ਦਾ ਸਮਾਂ 1979 ਤੋਂ ਲੈ ਕੇ 1987 ਤੱਕ ਦਾ ਮੰਨਿਆ ਜਾਂਦਾ ਹੈ। ਇਸ ਸ਼ੀਤ ਯੁੱਧ ਦਾ ਮੁੱਖ ਕਾਰਨ ਤਾਂ ਇਹ ਹੈ ਕਿ ਜਿਹੜੀ ਨੇੜਤਾ ਪੈਦਾ ਹੋਈ ਸੀ, ਸਹਿਯੋਗ ਦੀ ਭਾਵਨਾ ਪੈਦਾ ਹੋਈ ਸੀ USA ਅਤੇ ਸੋਵੀਅਤ ਸੰਘ ਦੇ ਵਿਚਕਾਰ, ਉਹ ਬਹੁਤਾ ਲੰਬਾ ਸਮਾਂ ਕਾਇਮ ਨਹੀਂ ਰਹਿ ਸਕੀ। 1979 ਵਿੱਚ ਵਿਸ਼ੇਸ਼ ਕਰਕੇ ਇਸ ਸਹਿਯੋਗ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਦੋਹਾਂ ਮਹਾਸ਼ਕਤੀਆਂ ਦੇ ਸਬੰਧ ਮੁੜ ਤੋਂ ਤਣਾਅਪੂਰਨ ਬਣ ਗਏ। ਇਸ ਸਮੇਂ ਦੀ ਇੱਕ ਮਹੱਤਵਪੂਰਨ ਘਟਨਾ ਹੈ ਅਮਰੀਕਨ ਵਿਦੇਸ਼ ਨੀਤੀ ਵਿੱਚ ਵੱਡੇ ਤੌਰ ਤੇ ਪਰਿਵਰਤਨ ਕਰਨਾ। ਰੋਨਾਲਡ ਰੀਗਨ 1981 ਤੋਂ ਲੈ ਕੇ 1999 ਤੱਕ USA ਦੇ ਰਾਸ਼ਟਰਪਤੀ ਬਣੇ। ਇਹਨਾਂ ਨੇ ਅਮਰੀਕਾ ਦੀ ਵਿਦੇਸ਼ ਨੀਤੀ ਦੇ ਵਿੱਚ ਕਈ ਵੱਡੇ ਪਰਿਵਰਤਨ ਕੀਤੇ। ਉਹਨਾਂ ਨੂੰ ਲੱਗਿਆ ਕਿ ਜਿਹੜੀ ਮੈਡ ਦੀ ਧਾਰਨਾ ਹੈ, ਮਿਊਚੁਅਲ ਅਸ਼ੋਰਡ ਡਿਸਟਰਕਸ਼ਨ ਦੀ ਧਾਰਨਾ ਹੈ, ਜਿਸ ਦਾ ਅਰਥ ਹੈ ਕਿ ਕੋਈ ਰਾਜ ਦੂਸਰੇ ਰਾਜ ਤੇ ਹਮਲਾ ਨਹੀਂ ਕਰੇਗਾ, ਜੇ ਕਰੇਗਾ ਤਾਂ ਦੋਨੇ ਰਾਜ ਖਤਮ ਹੋ ਜਾਣਗੇ, ਮਿਊਚੁਅਲ ਅਸ਼ੋਰਡ ਡਿਸਟਰਕਸ਼ਨ ਹੋਵੇਗੀ, ਕਿ ਉਹ ਧਾਰਨਾ ਹੁਣ ਕੰਮ ਦੀ ਨਹੀਂ ਰਹੀ। ਸੋਵੀਅਤ ਸੰਘ ਚੁੱਪ ਚਪੀਤੇ ਆਪਣੀ ਸ਼ਕਤੀ ਵਿੱਚ ਵਾਧਾ ਕਰ ਰਿਹਾ ਹੈ। ਇਸ ਲਈ ਅਮਰੀਕਾ ਨੂੰ ਵੀ ਆਪਣੀ ਸ਼ਕਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ। ਆਪਣੇ ਜਿਹੜੇ ਮਿੱਤਰ ਰਾਜ ਨੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਹਨਾਂ ਦੀ ਜੋ ਸਪੋਰਟ ਕਰ ਰਿਹਾ ਹੈ ਅਮਰੀਕਾ, ਉਸ ਸਪੋਰਟ ਦੇ ਵਿੱਚ, ਉਸ ਸਮਰਥਨ ਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ। ਦੂਸਰੀ ਮੁੱਖ ਘਟਨਾ ਹੈ ਇਸ ਸਮੇਂ ਦੀ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਸੰਘ ਦੀ ਦਖਲਅੰਦਾਜ਼ੀ। ਅਫਗਾਨਿਸਤਾਨ ਦੇ ਵਿੱਚ ਸਾਮਵਾਦੀ ਦਲ ਨੇ 27-28 ਅਪ੍ਰੈਲ 1978 ਨੂੰ ਰਾਜਪਲਟਾ ਕੀਤਾ। ਰਾਜਪਲਟਾ ਕਰਕੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਮੁਹੰਮਦ ਦਾਊਦ ਖਾਨ, ਉਹਨਾਂ ਦੇ ਪੂਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਅਤੇ ਰਾਜਨੀਤਿਕ ਸ਼ਕਤੀ ਤੇ ਆਪਣਾ ਕਬਜ਼ਾ ਕਰ ਲਿਆ। ਨੂਰ ਮੁਹੰਮਦ ਤਰਾਕੀ ਨੂੰ ਦੇਸ਼ ਦੀ ਵਾਗਡੋਰ ਸੰਭਾਲੀ ਗਈ। ਇਸ ਸਾਮਵਾਦੀ ਸ਼ਾਸਨ ਪ੍ਰਬੰਧ ਦੇ ਦੌਰਾਨ ਅਫਗਾਨਿਸਤਾਨ ਦੇ ਵਿੱਚ ਆਰਥਿਕ ਖੇਤਰ ਦੇ ਵਿੱਚ, ਸਮਾਜਿਕ ਖੇਤਰਾਂ ਦੇ ਵਿੱਚ ਕਈ ਵੱਡੇ ਸੁਧਾਰ ਸ਼ੁਰੂ ਕੀਤੇ ਗਏ, ਪਰੰਤੂ ਅਫਗਾਨਿਸਤਾਨ ਦਾ ਜਿਹੜਾ ਸਮਾਜ ਹੈ ਉਹ ਇੱਕ ਪਰੰਪਰਾਵਾਦੀ ਸਮਾਜ ਹੈ। ਅਫਗਾਨਿਸਤਾਨ ਦੇ ਸਮਾਜ ਨੇ ਇਹਨਾਂ ਸੁਧਾਰਾਂ ਨੂੰ ਪ੍ਰਵਾਨ ਨਹੀਂ ਕੀਤਾ। ਸੱਤਾਧਾਰੀ ਦਲ ਹੈ ਜਿਹੜਾ, ਉਸ ਦੇ ਵਿੱਚ ਵੀ ਏਕਤਾ ਨਹੀਂ ਸੀ, ਉਸ ਦੇ ਵਿੱਚ ਵੀ ਫੁੱਟ ਸੀ। ਇਸ ਦੇ ਨਤੀਜੇ ਵਜੋਂ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰੀ ਸੀ ਹਾਫਿਜ਼ ਉਲਾ ਅਮੀਨ, ਉਹਨਾਂ ਨੇ ਆਪਣੇ ਜਿਹੜੇ ਰਾਸ਼ਟਰਪਤੀ ਸੀ ਨੂਰ ਮੁਹੰਮਦ ਤਰਾਕੀ, ਉਹਨਾਂ ਦਾ ਕਤਲ ਕਰਵਾ ਦਿੱਤਾ ਅਤੇ ਰਾਜਨੀਤਿਕ ਸ਼ਕਤੀ ਤੇ ਆਪਣਾ ਕਬਜ਼ਾ ਕਰ ਲਿਆ। ਇਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਕਮਿਊਨਿਸਟ ਕ੍ਰਾਂਤੀ ਤੋਂ ਬਾਅਦ, ਜਿਹੜੀ 27-28 ਅਪ੍ਰੈਲ 1978 ਨੂੰ ਹੋਈ, ਰਾਜਪਲਟਾ ਹੋਇਆ, ਉਸ ਤੋਂ ਬਾਅਦ ਉੱਥੇ ਖਰਾਬ ਹੋਣੇ ਸ਼ੁਰੂ ਹੋਏ। ਲਗਾਤਾਰ ਫਿਰ ਇਹ ਜਿਹੜੇ ਹਾਲਾਤ ਨੇ ਖਰਾਬ ਹੁੰਦੇ ਗਏ ਤੇ ਜਿਹੜੇ ਇਹ ਹਾਲਾਤ ਖਰਾਬ ਹੋਏ ਨੇ ਜਾਂ ਸਾਮਵਾਦੀ ਦਲ ਨੇ ਜਿਹੜਾ ਰਾਜਪਲਟਾ ਕੀਤਾ ਸੀ, ਇਸ ਦੇ ਲਈ ਦੁਨੀਆ ਦੇ ਜਿਹੜੇ ਤਕਰੀਬਨ ਸਾਰੇ ਰਾਜ ਨੇ ਉਹ ਸੋਵੀਅਤ ਸੰਘ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨਦੇ ਸੀ ਕਿ ਸੋਵੀਅਤ ਸੰਘ ਦੀ ਸ਼ਹਿ ਤੇ ਇਹ ਸਾਰਾ ਜਿਹੜਾ ਰਾਜਪਲਟਾ ਹੈ ਜਾਂ ਜਿਹੜੇ ਹਾਲਾਤ ਖਰਾਬ ਹੋਏ ਨੇ ਉਹ ਹੋ ਰਹੇ ਨੇ। ਜਦੋਂ ਹਾਫਿਜ਼ੁੱਲਾ ਅਮੀਨ ਨੇ ਰਾਜਨੀਤਿਕ ਸੱਤਾ ਤੇ ਕਬਜ਼ਾ ਕੀਤਾ ਤਾਂ ਸੋਵੀਅਤ ਸੰਘ ਨੂੰ ਲੱਗਿਆ ਕਿ ਇਹ ਸਾਡੇ ਨਾਲ ਰਲ ਕੇ ਨਹੀਂ ਚੱਲੇਗਾ। ਇਸ ਲਈ ਉਹਨਾਂ ਨੇ 27 ਦਸੰਬਰ 1979 ਨੂੰ ਸੋਵੀਅਤ ਸੰਘ ਨੇ ਅਫਗਾਨਿਸਤਾਨ ਦੇ ਵਿੱਚ ਆਪਣੀ ਸੈਨਾ ਭੇਜ ਦਿੱਤੀ। ਉਹਨਾਂ ਨੇ ਹਾਫਿਜ਼ੁੱਲਾ ਅਮੀਨ ਨੂੰ ਮਰਵਾ ਦਿੱਤਾ ਤੇ ਸੱਤਾ ਹੈ ਜਿਹੜੀ ਉਹ ਬਾਬਰਕ ਕਾਰਮਲ ਨੂੰ ਸੌਂਪ ਦਿੱਤੀ। ਬਾਬਰਕ ਕਾਰਮਲ ਨੇ ਜਿਹੜੇ ਉਹਨਾਂ ਦੇ ਹੱਥ ਸੱਤਾ ਆ ਗਈ। ਇਹ ਜਿਹੜੇ ਸੋਵੀਅਤ ਸੰਘ ਦੇ ਨਜ਼ਦੀਕੀ ਲੀਡਰ ਸੀ ਅਫਗਾਨਿਸਤਾਨ ਦੇ, ਜਿਹੜੀ ਇੰਟਰਫੇਰੈਂਸ ਸੀ ਇਹ ਅਫਗਾਨਿਸਤਾਨ ਦੇ ਵਿੱਚ ਆਪਣੀ ਸੈਨਾ ਭੇਜਣੀ ਸੋਵੀਅਤ ਸੰਘ ਦੁਆਰਾ, ਦੁਨੀਆ ਭਰ ਦੇ ਵਿੱਚ ਇਸ ਦਾ ਵਿਰੋਧ ਹੋਇਆ। ਜਿਹੜੇ ਹਥਿਆਰਾਂ ਨੂੰ ਦੇ ਵਿੱਚ ਕਟੌਤੀ ਕਰਨ ਸੰਬੰਧੀ ਸਮਝੌਤੇ ਹੋਏ ਸੀ, ਸਾਲਟ ਵਨ ਐਗਰੀਮੈਂਟ ਹੋਇਆ ਸੀ USA ਅਤੇ USSR ਦੇ ਵਿਚਕਾਰ, ਅਮਰੀਕਾ ਨੇ ਉਸ ਤੇ ਪ੍ਰਵਾਨਗੀ ਦੇਣ ਤੋਂ ਨਾ ਕਰ ਦਿੱਤੀ। 1980 ਦੀਆਂ ਓਲੰਪਿਕ ਗੇਮਸ ਹੋਈਆਂ ਮਾਸਕੋ ਦੇ ਵਿੱਚ, USSR ਦੇ ਵਿੱਚ ਪੈਂਦਾ ਹੈ ਜਿਹੜਾ, ਉਹਨਾਂ ਦਾ ਬਾਈਕਾਟ ਕਰ ਦਿੱਤਾ। ਇਸ ਤਰ੍ਹਾਂ ਇਹ ਇੱਕ ਮੁੱਖ ਘਟਨਾ ਕਹੀ ਜਾ ਸਕਦੀ ਹੈ। ਅਫਗਾਨਿਸਤਾਨ ਦੇ ਵਿੱਚ ਪਹਿਲਾਂ ਹਾਲਾਤ ਖਰਾਬ ਕਰਵਾਉਣੇ, ਉੱਥੇ ਰਾਜਪਲਟਾ ਕਰਵਾਉਣਾ, ਫਿਰ ਉੱਥੇ ਜਦੋਂ ਹਾਲਾਤ ਖਰਾਬ ਹੋਏ ਉਸ ਤੋਂ ਬਾਅਦ ਆਪਣੀ ਸੈਨਾ ਅਫਗਾਨਿਸਤਾਨ ਵਿੱਚ ਭੇਜਣਾ USSR ਦਾ,
ਇਹ ਜਿਹੜੀ USSR ਦੀ ਅਫਗਾਨਿਸਤਾਨ ਦੇ ਵਿੱਚ ਦਖਲਅੰਦਾਜ਼ੀ ਹੈ, ਇਹ ਸਭ ਤੋਂ ਮਹੱਤਵਪੂਰਨ ਘਟਨਾ ਕਹੀ ਜਾ ਸਕਦੀ ਹੈ, ਜਿਹੜੀ ਸ਼ੀਤ ਯੁੱਧ ਨੂੰ ਮੁੜ ਸੁਰਜੀਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ, ਸਭ ਤੋਂ ਵੱਡੀ ਭੂਮਿਕਾ ਜਿਸ ਨੇ ਨਿਭਾਈ। ਪੁਲਾੜ ਖੋਜ ਮੁਕਾਬਲਾ ਦੋਹਾਂ ਰਾਜਾਂ ਦੇ ਵਿੱਚ, ਦੋਹਾਂ ਮਹਾਸ਼ਕਤੀਆਂ ਦੇ ਵਿੱਚ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਪੁਲਾੜ ਖੋਜ ਮੁਕਾਬਲਾ ਸੀ ਕਿ ਵੱਧ ਤੋਂ ਵੱਧ ਖੋਜ, ਵੱਧ ਤੋਂ ਵੱਧ ਰਿਸਰਚ ਕੌਣ ਕਰੇਗਾ ਪੁਲਾੜ ਦੇ ਮਾਮਲੇ 'ਚ, ਤਾਂ ਕਿ ਪੁਲਾੜ ਨੂੰ, ਤਾਂ ਕਿ ਸਪੇਸ ਨੂੰ ਸੈਨਿਕ ਉਦੇਸ਼ਾਂ ਲਈ ਵਰਤਿਆ ਜਾ ਸਕੇ। ਦੋਹਾਂ ਨੇ ਪੁਲਾੜ ਦੇ ਵਿੱਚ ਉਪਗ੍ਰਹਿ ਭੇਜਣੇ ਸ਼ੁਰੂ ਕੀਤੇ। ਦੋਹਾਂ ਨੇ ਉਪਗ੍ਰਹਿਾਂ ਦੇ ਪਹਿਲਾਂ ਜਿਹੜੇ ਆਪਣੇ ਪੁਲਾੜ ਵਾਹਨ ਸੀ ਉਹਨਾਂ ਰਾਹੀਂ ਜਾਨਵਰ ਭੇਜਣੇ ਸ਼ੁਰੂ ਕੀਤੇ, ਫਿਰ ਇਨਸਾਨ ਭੇਜਣੇ ਸ਼ੁਰੂ ਕੀਤੇ। ਫਿਰ ਅਮਰੀਕਾ ਨੇ ਪਹਿਲੇ ਵਿਅਕਤੀ ਨੂੰ ਚੰਦਰਮਾ ਦੀ ਸਤ੍ਹਾ ਤੇ ਲੈਂਡਿੰਗ ਕਰਵਾਈ। ਇਸ ਤਰ੍ਹਾਂ ਦੋਹਾਂ ਦੇ ਵਿੱਚ ਜਿਹੜਾ ਪੁਲਾੜ ਖੋਜ ਮੁਕਾਬਲਾ ਸੀ ਉਹ ਚੱਲ ਤਾਂ ਪਹਿਲਾਂ ਤੋਂ ਹੀ ਰਿਹਾ ਸੀ, ਪਰੰਤੂ ਸੈਨਿਕ ਉਦੇਸ਼ਾਂ ਲਈ ਜਿਹੜੀ ਪੁਲਾੜ ਦੀ ਵਰਤੋਂ ਹੈ, ਇਸ ਕਾਲ ਦੇ ਦੌਰਾਨ ਉਸ ਵਿੱਚ ਬਹੁਤ ਵਾਧਾ ਹੋਇਆ। ਚੌਥੀ ਮੁੱਖ ਘਟਨਾ ਹੈ ਇਸ ਸਮੇਂ ਦੀ ਸੋਵੀਅਤ ਸੰਘ ਦਾ ਅੰਤਰ ਮਹਾਦੀਪੀ ਮਿਜ਼ਾਈਲ ਪ੍ਰੋਗਰਾਮ। ਸੋਵੀਅਤ ਸੰਘ ਦੇ ਜਿਹੜੀਆਂ ਸੈਟੇਲਾਈਟਸ ਸਟੇਟਸ ਸੀ, ਸੋਵੀਅਤ ਸੰਘ ਦੇ ਪ੍ਰਭਾਵ ਵਾਲੇ ਰਾਜ ਸੀ, ਸੋਵੀਅਤ ਸੰਘ ਨੇ ਉਹਨਾਂ ਦੇ ਵਿੱਚ ਆਪਣੀਆਂ ਇੰਟਰਕੌਂਟੀਨੈਂਟਲ ਬਲਾਸਟਿਕ ਮਿਜ਼ਾਈਲਾਂ ਫਿੱਟ ਕਰਵਾਉਣੀਆਂ, ਤਾਇਨਾਤ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਮਿਜ਼ਾਈਲਾਂ ਦੀ ਮਾਰ ਕਰਨ ਦੀ ਜਿਹੜੀ ਸਮਰੱਥਾ ਬੜੀ ਦੂਰ ਤੱਕ ਸੀ। ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੂਰਾ ਯੂਰਪ ਹੈ, ਯੂਰਪ ਦੇ ਵੱਡੇ ਵੱਡੇ ਸ਼ਹਿਰ ਪੈਰਿਸ, ਲੰਡਨ ਵਗੈਰਾ ਸਾਰੇ ਸੋਵੀਅਤ ਸੰਘ ਦੀ ਮਾਰ ਕਰਨ ਦੀ ਸਮਰੱਥਾ ਦੇ ਅਧੀਨ ਆਉਂਦੇ ਸੀ। ਉੱਥੇ ਤੱਕ ਸੋਵੀਅਤ ਸੰਘ ਮਾਰ ਕਰ ਸਕਦਾ ਸੀ ਇਹਨਾਂ ਮਿਜ਼ਾਈਲਾਂ ਰਾਹੀਂ। ਇਹਨਾਂ ਮਿਜ਼ਾਈਲਾਂ ਦੀ ਤੈਨਾਤੀ ਨਾਲ ਇਕੱਲੇ ਯੂਰਪ ਦੇ ਵਿੱਚ ਨਹੀਂ, ਸਗੋਂ ਪੂਰੀ ਦੁਨੀਆ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੰਜਵੀਂ ਘਟਨਾ ਵਾਪਰੀ ਇਸ ਸਮੇਂ ਦੇ ਦੌਰਾਨ ਲਾਤੀਨੀ ਅਮਰੀਕਨ ਦੇਸ਼ਾਂ ਦੇ ਵਿੱਚ ਸਾਮਵਾਦ ਦਾ ਪਸਾਰ ਹੋਣਾ ਸ਼ੁਰੂ ਹੋਇਆ। ਲਾਤੀਨੀ ਅਮਰੀਕਾ ਦੇ ਕੁਝ ਛੋਟੇ-ਛੋਟੇ ਰਾਜ ਸੀ ਜਿਨ੍ਹਾਂ ਦੇ ਵਿੱਚ ਇਸ ਸਮੇਂ ਦੌਰਾਨ ਕਮਿਊਨਿਸਟ ਸਰਕਾਰਾਂ ਦਾ ਗਠਨ ਹੋਇਆ। ਐਲ ਸੈਲਵੇਡਾਰ, ਨਿਕਾਰਾਗੁਆ ਅਤੇ ਗ੍ਰੇਨਾਡਾ। ਬੇਸ਼ੱਕ ਇਹ ਛੋਟੇ-ਛੋਟੇ ਰਾਜ ਸੀ, ਪਰੰਤੂ ਜਿਹੜਾ ਇਹ ਲਾਤੀਨੀ ਅਮਰੀਕਾ ਹੈ, ਇਹ ਮੇਨਲੈਂਡ ਜਿਹੜਾ ਉੱਤਰੀ ਅਮਰੀਕਾ ਹੈ ਉਸ ਦੇ ਨਜ਼ਦੀਕ ਹੀ ਪੈਂਦਾ ਹੈ। ਲਾਤੀਨੀ ਅਮਰੀਕਾ ਦੇ ਵਿੱਚ ਸਾਮਵਾਦ ਦਾ ਜਿਹੜਾ ਪਸਾਰ ਹੈ ਉਹ ਅਮਰੀਕਾ ਨੂੰ ਲਾਤੀਨੀ ਅਮਰੀਕਾ ਵਾਸਤੇ ਨਹੀਂ, ਨਾਰਥ ਅਮਰੀਕਾ ਲਈ ਵੀ ਖਤਰੇ ਦੀ ਘੰਟੀ ਲੱਗਿਆ। ਇਸ ਮੁੱਦੇ ਤੇ ਦੋਹੇ ਧਿਰਾਂ ਨੇ ਜਿਹੜੀਆਂ USSR ਅਤੇ USA ਇੱਕ ਦੂਸਰੇ ਦੇ ਅਗੇਂਸਟ ਸੀ। ਸੋਵੀਅਤ ਸੰਘ ਆ ਜਿਹੜਾ ਇਸ ਸਾਮਵਾਦ ਦਾ ਹੋਰ ਰਾਜਾਂ ਤੱਕ ਪਸਾਰ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ ਅਤੇ USA ਸਾਮਵਾਦ ਨੂੰ ਕੰਟੇਨ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਛੇਵੀਂ ਘਟਨਾ ਹੈ ਇਸ ਸਮੇਂ ਦੀ ਅਮਰੀਕਾ ਦੀ ਸਟਾਰ ਵਾਰ ਯੋਜਨਾ ਜਾਂ ਪੁਲਾੜ ਯੁੱਧ ਯੋਜਨਾ। ਅਮਰੀਕਨ ਰਾਸ਼ਟਰਪਤੀ ਰੀਗਨ ਨੇ 23 ਮਾਰਚ 1983 ਨੂੰ ਇੱਕ ਵੱਖਰੀ ਰੱਖਿਆ ਪ੍ਰਣਾਲੀ ਪੇਸ਼ ਕੀਤੀ। ਇਹ ਰੱਖਿਆ ਪ੍ਰਣਾਲੀ ਹੈ ਜਿਹੜੀ, ਕਿਉਂਕਿ ਇਸ ਸਮੇਂ ਤੱਕ ਪਰਮਾਣੂ ਹਥਿਆਰਾਂ ਦੀ ਬੜੀ ਧਾਕ ਸੀ, ਬੜਾ ਡਰ ਸੀ। ਇਸ ਡਰ ਨੂੰ ਮੈਡ ਕਿਹਾ ਜਾਂਦਾ ਸੀ, ਮਿਊਚੁਅਲ ਐਸ਼ੋਰਡ ਡਿਸਟਰਕਸ਼ਨ, ਕਿ ਜੇ ਦੋ ਮਹਾਸ਼ਕਤੀਆਂ ਜਾਂ ਦੋ ਪਰਮਾਣੂ ਹਥਿਆਰਾਂ ਨਾਲ ਲੈਸ ਰਾਜ ਆਪਸ ਦੇ ਵਿੱਚ ਯੁੱਧ ਕਰਨਗੇ ਤਾਂ ਉਹ ਨਿਸ਼ਚਿਤ ਤੌਰ ਤੇ ਦੋਵੇਂ ਹੀ ਖਤਮ ਹੋ ਜਾਣਗੇ। ਪਰੰਤੂ ਰੋਨਾਲਡ ਰੀਗਨ ਨੇ ਇਸ ਨੂੰ ਰਿਜੈਕਟ ਕੀਤਾ ਅਤੇ ਉਹਨਾਂ ਨੇ ਇੱਕ ਨਵਾਂ ਸਿਧਾਂਤ ਪੇਸ਼ ਕੀਤਾ ਕਿ ਇੱਕ ਲਿਮਿਟ ਤੱਕ ਪਰਮਾਣੂ ਯੁੱਧ ਵੀ ਲੜਿਆ ਜਾ ਸਕਦਾ ਹੈ। ਇਸ ਲਈ ਉਹਨਾਂ ਨੇ ਆਪਣੇ ਜਿਹੜੇ ਸਾਰੇ ਸਾਇੰਟਿਸਟ ਸੀ ਉਹਨਾਂ ਨੂੰ ਇੱਕ ਸੱਦਾ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਦੇ ਹਥਿਆਰ ਬਣਾਓ, ਇਸ ਤਰ੍ਹਾਂ ਦੀ ਰੱਖਿਆ ਪ੍ਰਣਾਲੀ ਬਣਾਓ ਕਿ ਜੇਕਰ ਕੋਈ ਰਾਜ ਭਾਵ ਜੇਕਰ USSR ਸਾਡੇ ਤੇ ਕੋਈ ਪਰਮਾਣੂ ਹਮਲਾ ਕਰਦਾ ਹੈ ਤਾਂ ਅਸੀਂ ਉਸ ਹਮਲੇ ਦਾ ਜਵਾਬ ਦੇ ਸਕੀਏ, ਉਸ ਹਮਲੇ ਨੂੰ ਅਸੀਂ ਅਣਪ੍ਰਭਾਵੀ ਕਰ ਸਕੀਏ। ਅਣਪ੍ਰਭਾਵੀ ਕਿਵੇਂ ਕੀਤਾ ਜਾ ਸਕਦਾ ਸੀ, ਕਿਉਂਕਿ ਦੋਹਾਂ ਦਾ ਡਿਸਟੈਂਸ ਬੜਾ ਜ਼ਿਆਦਾ ਸੀ USSR ਅਤੇ USA ਦਾ। ਅਣਪ੍ਰਭਾਵੀ ਇਸ ਤਰੀਕੇ ਨਾਲ ਕਰਨ ਦਾ ਪਲਾਨ ਬਣਾਇਆ ਗਿਆ ਕਿ ਜਿੱਥੋਂ ਵੀ ਕੋਈ ਬੈਲਿਸਟਿਕ ਮਿਜ਼ਾਈਲ ਆਉਂਦੀ ਹੈ, ਪਹਿਲਾਂ ਅਸਮਾਨ ਦੇ ਵਿੱਚ, ਪੁਲਾੜ ਦੇ ਵਿੱਚ ਕੁਝ ਸੈਟੇਲਾਈਟ ਹੋਣਗੇ, ਕੁਝ ਰਡਾਰ ਹੋਣਗੇ ਜਿਹੜੇ ਉਸ ਦੀ ਪਹਿਚਾਣ ਕਰਨਗੇ। ਫਿਰ ਅਸਮਾਨ ਦੇ ਵਿੱਚ ਹੀ ਕੁਝ ਇਸ ਤਰ੍ਹਾਂ ਦੇ ਇੰਟਰਸੈਪਟਰਸ ਹੋਣਗੇ ਜਿਹੜੇ ਉਸ ਮਿਜ਼ਾਈਲ ਦਾ ਸਾਹਮਣਾ ਕਰਨਗੇ, ਉਸ ਨੂੰ ਅਸਮਾਨ ਦੇ ਵਿੱਚ ਹੀ ਖਤਮ ਕਰ ਦੇਣਗੇ। ਇਸ ਤੋਂ ਬਿਨਾਂ ਧਰਤੀ ਤੇ ਵੀ ਕੁਝ ਇੰਟਰਸੈਪਟਰਸ ਹੋਣਗੇ ਜਿਹੜੇ ਨਾਲ ਦੀ ਨਾਲ ਆਪਣੇ ਆਪ ਕੰਪਿਊਟਰ ਦੇ ਨਾਲ ਚੱਲਣਗੇ ਤੇ ਜਿਹੜੀ ਵੀ ਕੋਈ ਮਿਜ਼ਾਈਲ ਆ ਰਹੀ ਹੈ ਉਸ ਨੂੰ ਰਸਤੇ ਦੇ ਵਿੱਚ ਹੀ ਖਤਮ ਕਰ ਦੇਣਗੇ। ਇਸ ਤਰ੍ਹਾਂ ਰੋਨਾਲਡ ਰੀਗਨ ਨੇ ਜਿਹੜੀ ਪੁਲਾੜ ਯੁੱਧ ਯੋਜਨਾ ਬਣਾਈ, ਬਹੁਤ ਜ਼ਿਆਦਾ ਇਸ 'ਤੇ ਖਰਚਾ ਵੀ ਕੀਤਾ। ਉਸ ਨਾਲ ਇੱਕ ਨਵਾਂ ਡਰ ਪੈਦਾ ਹੋ ਗਿਆ ਕਿ ਪਹਿਲਾਂ ਜਿਹੜੀਆਂ ਇਹ ਮਹਾਸ਼ਕਤੀਆਂ ਨੇ, ਇਹਨਾਂ ਨੇ ਧਰਤੀ ਨੂੰ, ਫਿਰ ਉਸ ਤੋਂ ਬਾਅਦ ਸਮੁੰਦਰ ਨੂੰ ਹਥਿਆਰਾਂ ਨਾਲ ਲੈਸ ਕੀਤਾ ਤੇ ਹੁਣ ਇਹ ਜਿਹੜਾ ਅਸਮਾਨ ਤੋਂ ਵੀ ਉੱਪਰਲਾ ਹਿੱਸਾ ਹੈ, ਪੁਲਾੜ ਹੈ, ਉਸ ਨੂੰ ਵੀ ਇਹ ਹਥਿਆਰਾਂ ਨਾਲ ਲੈਸ ਕਰਨ ਜਾ ਰਹੀਆਂ ਹਨ। ਇਸ ਤਰ੍ਹਾਂ ਪੁਲਾੜ ਦੇ ਸੈਨਿਕੀਕਰਨ ਦਾ ਡਰ ਸ਼ੁਰੂ ਹੋ ਗਿਆ। ਇਹਨਾਂ ਘਟਨਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ 8ਵੇਂ ਦਹਾਕੇ ਦੇ ਵਿੱਚ ਜਿਹੜਾ ਦਿਤਾਂ ਪੈਦਾ ਹੋਇਆ ਬਹੁਤੀ ਦੇਰ ਨਹੀਂ ਚੱਲ ਸਕਿਆ
ਅਤੇ ਸੋਵੀਅਤ ਸੰਘ ਦੁਆਰਾ ਅਫਗਾਨਿਸਤਾਨ ਵਿੱਚ ਕੀਤੀ ਦਖਲਅੰਦਾਜ਼ੀ ਦੇ ਨਾਲ ਉਹ ਸ਼ਾਂਤੀ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਤੇ ਨਵ ਸ਼ੀਤ ਯੁੱਧ ਸ਼ੁਰੂ ਹੋ ਗਿਆ। ਜਿਹੜੇ ਪਰਮਾਣੂ ਹਥਿਆਰ ਯੁੱਧਾਂ ਤੇ ਰੋਕ ਦਾ ਕੰਮ ਕਰ ਰਹੇ ਸੀ, ਬੇਸ਼ੱਕ ਪਰਮਾਣੂ ਹਥਿਆਰਾਂ ਨੂੰ ਮਾਰੂ ਮੰਨਿਆ ਜਾਂਦਾ ਹੈ, ਪਰੰਤੂ ਇੱਕ ਡਰ ਨਾਲ ਉਹ ਯੁੱਧਾਂ ਤੇ ਰੋਕ ਦਾ ਕੰਮ ਕਰ ਰਹੇ ਸੀ। ਦੋਹਾਂ ਮਹਾਸ਼ਕਤੀਆਂ ਨੂੰ ਪਤਾ ਸੀ ਕਿ ਸਾਡੇ ਵਿਰੋਧੀ ਕੋਲ ਐਟਮ ਬੰਬ ਨੇ ਵੀ, ਅਸੀਂ ਬੇਸ਼ੱਕ ਉਹਨਾਂ ਨੂੰ ਬਰਬਾਦ ਕਰ ਸਕਦੇ ਹਾਂ ਪਰ ਉਹਨਾਂ ਤੋਂ ਆਪਣਾ ਬਚਾਅ ਨਹੀਂ ਕਰ ਸਕਦੇ। ਪਰ ਇਸ ਧਾਰਨਾ ਨੇ, ਜਿਸ ਨੂੰ ਮੈਡ ਕਿਹਾ ਜਾਂਦਾ ਹੈ, ਅਮਰੀਕਾ ਨੇ ਇਸ ਧਾਰਨਾ ਨੂੰ ਬਦਲਿਆ। ਅਮਰੀਕਾ ਸੋਚਣ ਲੱਗਿਆ ਕਿ ਕਿਸੇ ਹੱਦ ਤੱਕ ਸੀਮਿਤ ਰੂਪ ਦੇ ਵਿੱਚ ਪਰਮਾਣੂ ਯੁੱਧ ਵੀ ਲੜਿਆ ਜਾ ਸਕਦਾ ਹੈ, ਇਸ ਦੀ ਪੋਸੀਬਿਲਿਟੀ ਵੀ ਹੈ। ਇਸ ਲਈ ਉਹਨਾਂ ਨੇ ਸਟਾਰ ਵਾਰ ਵਰਗੇ ਪ੍ਰੋਗਰਾਮ ਉਲੀਕੇ, ਪੁਲਾੜ ਯੁੱਧ ਵਰਗੀਆਂ ਯੋਜਨਾਵਾਂ ਤੇ ਕੰਮ ਕਰਨਾ ਸ਼ੁਰੂ ਕੀਤਾ। ਦੂਜੇ ਪਾਸੇ ਸੋਵੀਅਤ ਸੰਘ ਨੇ ਆਪਣਾ ਪ੍ਰਭਾਵ ਖੇਤਰ ਵਧਾਉਣ ਦਾ ਹਰ ਸੰਭਵ ਹੀਲਾ ਵਰਤਿਆ, ਆਪਣੇ ਹਥਿਆਰਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ। ਵੱਖੋ ਵੱਖਰੇ ਖੇਤਰਾਂ ਵਿੱਚ ਕਿਤੇ ਦਖਲਅੰਦਾਜ਼ੀ ਨਾਲ, ਕਿਤੇ ਆਪਣੇ ਪ੍ਰਭਾਵ ਨਾਲ, ਕਿਤੇ ਸਹਾਇਤਾ ਨਾਲ ਆਪਣੇ ਪ੍ਰਭਾਵ ਖੇਤਰ ਦੇ ਵਿੱਚ ਸੋਵੀਅਤ ਸੰਘ ਵਾਧਾ ਕਰਦਾ ਰਿਹਾ ਅਤੇ ਸ਼ੀਤ ਯੁੱਧ ਹੈ ਜਿਹੜਾ ਉਹ ਫਿਰ ਤੋਂ ਸ਼ੁਰੂ ਹੋ ਗਿਆ, ਜਿਹੜਾ 1979 ਤੋਂ ਲੈ ਕੇ 1987 ਤੱਕ ਪੂਰੀ ਪ੍ਰਚੰਡਤਾ ਦੇ ਨਾਲ ਚੱਲਦਾ ਰਿਹਾ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।